Hello students, today our topic is economic activity ਜਿਹਨੂੰ ਪੰਜਾਬੀ ਬੋਲਦੇ ਆ ਆਰਥਿਕ ਕਿਰਿਆ। ਠੀਕ, ਇਕਨੋਮਿਕ ਐਕਟੀਵਿਟੀ ਸਾਨੂੰ ਪਤਾ ਹੈ ਕੀ ਹੁੰਦਾ ਹੈ, ਕੋਈ ਵੀ ਕੰਮ। ਇਕਨੋਮਿਕਸ ਉਹ ਵਾਲੀਆਂ ਐਕਟੀਵਿਟੀਜ਼ ਜੋ ਕਿ ਅਸੀਂ ਇਕਨੋਮਿਕਸ ਦੇ ਵਿੱਚ ਸਟੱਡੀ ਕਰਦੇ ਹਾਂ। ਸੋ ਬਹੁਤ ਸਾਰੀਆਂ ਐਕਟੀਵਿਟੀਜ਼ ਇਹੋ ਜਿਹੀਆਂ ਵੀ ਹੋਣਗੀਆਂ ਜਿਨ੍ਹਾਂ ਨੂੰ ਅਸੀਂ ਇਕਨੋਮਿਕਸ ਦੇ ਵਿੱਚ ਸਟੱਡੀ ਨਹੀਂ ਕਰਦੇ। ਇਸ ਕਰਕੇ ਇਕਨੋਮਿਕ ਐਕਟੀਵਿਟੀਜ਼ ਕਿਹੜੀਆਂ ਐਕਟੀਵਿਟੀਜ਼ ਹੁੰਦੀਆਂ ਆ ਜਿਹੜੀਆਂ ਕਿ ਅਸੀਂ ਇਕਨੋਮਿਕਸ ਦੇ ਵਿੱਚ ਸਟੱਡੀ ਕਰਦੇ ਹਾਂ ਜਾਂ ਜਿਨ੍ਹਾਂ ਦੇ ਨਾਲ ਇਨਕਮ ਕ੍ਰੀਏਟ ਹੁੰਦੀ ਜਾਂ ਜਿਨ੍ਹਾਂ ਦੇ ਬਦਲੇ ਸਾਨੂੰ ਮਨੀ ਪੇਮੈਂਟਸ ਵੀ ਕਰਨੀਆਂ ਪੈ ਸਕਦੀਆਂ। ਫਿਰ ਇਹਨਾਂ ਨੂੰ ਆਪਾਂ ਪੰਜਾਬੀ ਵਿੱਚ ਕੀ ਕਹਾਂਗੇ, ਆਰਥਿਕ ਕਿਰਿਆ। ਤੇ ਜਿਹੜੀਆਂ ਕਿਰਿਆਵਾਂ ਨੂੰ ਅਸੀਂ ਇਕਨੋਮਿਕਸ ਦੇ ਵਿੱਚ ਨਹੀਂ ਰੀਡ ਕਰਦੇ ਉਹਨਾਂ ਨੂੰ ਕੀ ਬੋਲਦੇ ਨੇ, ਅਣਆਰਥਿਕ ਕਿਰਿਆ ਜਾਂ ਨॉन इकोनॉमिक एक्टिविटीज़। हम नॉन इकोनॉमिक एक्टिविटीज़ ਕਿਹੜੀਆਂ ਹੋਣਗੀਆਂ, ਜਿਵੇਂ ਕਿ ਅਸੀਂ ਪਹਿਲਾਂ ਹੀ ਪੜ੍ਹਿਆ ਕਿ ਇਕਨੋਮਿਕਸ ਦੇ ਵਿੱਚ ਕੀ ਹੁੰਦਾ ਆ ਕਿ ਹਮੇਸ਼ਾ ਹੀ ਜਿਹੜੀਆਂ ਲੋੜਾਂ ਹੁੰਦੀਆਂ ਨੇ ਅਸੀਮਤ ਹੁੰਦੀਆਂ ਹਨ, ਉਹਨਾਂ ਨੂੰ ਪੂਰਾ ਕਰਨ ਵਾਲੇ ਸਾਧਨ ਸੀਮਤ ਹੁੰਦੇ ਹਨ। ਇਸ ਕਰਕੇ ਸਾਧਨਾਂ ਦੇ ਵਿਕਲਪਿਕ ਪ੍ਰਯੋਗ ਹੁੰਦੇ ਹਨ, ਆਲਟਰਨੇਟਿਵ ਯੂਜ਼ਸ ਹੁੰਦੇ ਹਨ। ਤੇ ਲਾਸਟ ਵਿੱਚ ਕੀ ਹੈ ਕਿ ਸਾਨੂੰ ਚੂਜ਼ ਕਰਨਾ ਪੈਂਦਾ ਹੈ ਕਿ ਅਸੀਂ ਪਹਿਲਾਂ ਕਿਹੜੀ ਲੋੜ ਨੂੰ ਪੂਰਾ ਕਰਨਾ ਹੈ। ਇਸ ਕਰਕੇ ਉੱਥੇ ਪੈਦਾ ਹੁੰਦੀ ਹੈ ਚੋਣ ਦੀ ਸਮੱਸਿਆ। ਇਹਦੇ ਵਿੱਚ ਕੀ ਹੈ, ਅਸੀਂ ਦੱਸਿਆ ਸੀ ਪਹਿਲਾਂ ਵੀ, ਜਦੋਂ ਵੀ ਇੱਕ ਆਪਾਂ ਡੈਫੀਨੇਸ਼ਨ ਕੀਤੀ ਸੀ ਸਕੈਰਸਿਟੀ ਡੈਫੀਨੇਸ਼ਨ, ਦੁਰਲਭਤਾ ਦੀ ਪਰਿਭਾਸ਼ਾ। ਉਹਦੇ ਵਿੱਚ ਕੀ ਸੀ ਕਿ ਜਦੋਂ ਡਿਮਾਂਡ ਸਪਲਾਈ ਤੋਂ ਜ਼ਿਆਦਾ ਹੁੰਦੀ ਆ ਤਾਂ ਉੱਥੇ ਕੀ ਹੈ, ਹਮੇਸ਼ਾ ਹੀ ਦੁਰਲਭਤਾ ਪੈਦਾ ਹੁੰਦੀ ਹੈ, ਆਰਥਿਕ ਸਮੱਸਿਆ ਪੈਦਾ ਹੁੰਦੀ ਹੈ, ਜਿੱਥੇ ਸਾਨੂੰ ਫਿਰ ਚੂਜ਼ ਕਰਨਾ ਪੈਂਦਾ, ਫਿਰ ਉੱਥੇ ਚੋਣ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਫੋਰ ਐਗਜ਼ਾਮਪਲ ਅਸੀਂ ਦੇਖਦੇ ਹਾਂ ਸਨਲਾਈਟ, ਸੂਰਜ ਦੀ ਰੋਸ਼ਨੀ। ਕੀ ਸੂਰਜ ਦੀ ਰੋਸ਼ਨੀ ਦੀ ਡਿਮਾਂਡ ਜਿਹੜੀ ਹੈ ਸਪਲਾਈ ਤੋਂ ਵੱਧ ਹੈ? ਨਹੀਂ। ਸਾਨੂੰ ਪਤਾ ਹੈ ਕਿ ਅਸੀਂ ਜਿੰਨੀ ਵੀ ਮਰਜ਼ੀ ਜਿਹੜੀ ਸੂਰਜ ਦੀ ਰੋਸ਼ਨੀ ਆ ਉਹ ਲੈ ਲਈਏ, ਸਾਨੂੰ ਉਹਦੇ ਲਈ ਕੀ ਹੈ, ਕਿਸੇ ਵੀ ਤਰ੍ਹਾਂ ਦੀ ਪੇਮੈਂਟ ਨਹੀਂ ਕਰਨੀ ਪੈਂਦੀ, ਨਾ ਹੀ ਸਾਨੂੰ ਕੋਈ ਕਹੇਗਾ ਕਿ ਹਾਂ ਤੁਸੀਂ ਇੰਨੀ ਜਿਹੜੀ ਸਨਲਾਈਟ ਹੈ ਉਹ ਲੈ ਲਈਏ, ਹੁਣ ਤੁਸੀਂ ਹੋਰ ਨਹੀਂ ਲੈ ਸਕਦੇ। ਇਸ ਕਰਕੇ ਇਹਦੇ ਕੇਸ ਦੇ ਵਿੱਚ ਕੀ ਆ, ਇਹ ਵਾਲਾ ਕੇਸ ਲਾਗੂ ਨਹੀਂ ਹੁੰਦਾ, ਚੋਣ ਦੀ ਸਮੱਸਿਆ ਲਾਗੂ ਨਹੀਂ ਹੁੰਦੀ। ਇਸ ਕਰਕੇ ਇਹ ਦੁਰਲਭ ਚੀਜ਼ ਨਹੀਂ ਹੈ। ਸੋ ਨਾ ਹੀ ਸਾਨੂੰ ਇੱਥੇ ਇਹਨੂੰ ਆਪਾਂ ਕੀ ਕਵਾਂਗੇ, ਅਣਆਰਥਿਕ ਕਿਰਿਆ, ਕਿਉਂਕਿ ਨਾ ਹੀ ਤਾਂ ਸਾਨੂੰ ਸਨਲਾਈਟ ਲੈਣ ਦੇ ਲਈ ਕਿਸੇ ਤਰ੍ਹਾਂ ਦੀ ਕੋਈ ਪੇਮੈਂਟ ਕਰਨੀ ਪਈ ਹੈ ਤੇ ਨਾ ਹੀ ਇਹਦੇ ਨਾਲ ਕੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਆਮਦਨ ਕ੍ਰੀਏਟ ਹੁੰਦੀ ਹੈ। ਫਿਰ ਅਸੀਂ ਪੜ੍ਹਾਂਗੇ ਕਿ ਇਕਨੋਮਿਕ ਐਕਟੀਵਿਟੀਜ਼ ਹੁੰਦੀਆਂ ਕਿਹੜੀਆਂ ਹੈ। ਸੋ ਸਾਡਾ ਟੌਪਿਕ ਹੈ ਇਕਨੋਮਿਕ ਐਕਟੀਵਿਟੀਜ਼। ਇਕਨੋਮਿਕ ਐਕਟੀਵਿਟੀਜ਼ ਉਹ ਐਕਟੀਵਿਟੀਜ਼ ਹੁੰਦੀਆਂ ਆ ਜਿਨ੍ਹਾਂ ਨੂੰ ਆਰਥਿਕ ਕਿਰਿਆਵਾਂ ਕਹਿੰਦੇ ਆ, ਜਿਹਦੇ ਲਈ ਕੀ ਆ ਕਿ ਸਾਨੂੰ ਆਪਣੀਆਂ ਅਸੀਮਤ ਲੋੜਾਂ ਨੂੰ ਪੂਰੀਆਂ ਕਰਨ ਦੇ ਲਈ ਸਾਧਨਾਂ ਦੇ ਵਿੱਚੋਂ ਚੋਇਸ ਕਰਨੀ ਪੈਂਦੀ ਹੈ, ਚੂਜ਼ ਕਰਨਾ ਪੈਂਦਾ ਹੈ, ਉਹਨੂੰ ਬੋਲਦੇ ਆ ਆਰਥਿਕ ਕਿਰਿਆ। ਤੇ ਨਾਲ ਹੀ ਇਹਦੇ ਵਿੱਚ ਕੀ ਹੈ, ਆਮਦਨ ਦਾ ਸਿਰਜਣ ਵੀ ਹੁੰਦਾ ਹੈ। ਸਮਝੇ? नेक्स्ट है टाइप्स ऑफ इकोनॉमिक एक्टिविटी। सब तो पहली है कंजम्पशन। कंजम्पशन पंजाबी बोलते हैं उपभोग। कुछ बच्चे की करते हैं कंजम्पशन जब उपभोग तो लेंगे है किसी चीज़ को खाना, बट नो, कंजम्पशन एक्चुअल ਦੇ ਵਿੱਚ ਕੀ ਹੁੰਦਾ, ਕਿਸੇ ਵੀ ਚੀਜ਼ ਨੂੰ ਵਸਤੂ ਨੂੰ ਯੂਜ਼ ਕਰਨਾ। Suppose now I am delivering my lecture,
आई एम यूजिंग दिस ब्लैक बोर्ड, यूजिंग दिस ਪੈਨ ਔਰ ਮਾਰਕਰ, ਜਾਂ ਤੁਸੀਂ ਕੋਈ ਇਸ ਟਾਈਮ ਕੰਮ ਕਰ ਰਹੇ ਹੋ। ਹੁਣ ਇਸ ਟਾਈਮ ਤੁਸੀਂ ਜੋ ਵੀ ਚੀਜ਼ਾਂ ਨੂੰ ਯੂਜ਼ ਕਰ ਰਹੇ ਹੋ ਕੰਮ ਕਰਨ ਦੇ ਲਈ, ਉਹ ਸਭ ਕੀ ਹੈ, ਉਹਨਾਂ ਦਾ ਕੰਜ਼ੰਪਸ਼ਨ ਹੈ। ਇਹਦੇ ਵਿੱਚ ਕੀ ਹੁੰਦਾ ਕਿ ਸਾਨੂੰ ਪਤਾ ਕੋਈ ਵੀ ਕੰਜ਼ਿਊਮਰ ਕੀ ਹੁੰਦਾ, ਉਪਭੋਗੀ, ਜਿਹੜਾ ਕਿ ਉਸ ਪਦਾਰਥ ਨੂੰ ਯੂਜ਼ ਕਰ ਰਿਹਾ ਹੈ। ਉਹਦੀ ਕੀ ਆਮਦਨ ਸਾਨੂੰ ਪਤਾ ਲਿਮਿਟਡ ਹੋਏਗੀ, ਬਟ ਲੋੜਾਂ ਉਹਦੀਆਂ ਵੀ ਅਸੀਮਤ ਹੋਣਗੀਆਂ। ਇਸ ਕਰਕੇ ਕੀ ਹੈ, ਉਹਨੂੰ ਆਪਣੀਆਂ ਅਸੀਮਤ ਲੋੜਾਂ ਦੇ ਵਿੱਚੋਂ ਚੂਜ਼ ਕਰਨਾ ਪਏਗਾ ਕਿ ਉਹ ਆਪਣੀ ਲੋੜ ਨੂੰ ਕਿਹੜੀ ਲੋੜ ਨੂੰ ਪਹਿਲਾਂ ਪੂਰੀ ਕਰੇਗਾ। ਇਸ ਕਰਕੇ ਇੱਥੇ ਵੀ ਕੀ ਹੈ, ਇੱਕ ਪ੍ਰੋਬਲਮ ਆਫ ਚੋਇਸ ਪੈਦਾ ਹੁੰਦੀ ਹੈ, ਚੋਣ ਦੀ ਸਮੱਸਿਆ ਜਿਹਨੂੰ ਕਹਿੰਦੇ ਆ ਪੈਦਾ ਹੁੰਦੀ ਹੈ। ਇਸ ਕਰਕੇ ਕੰਜ਼ੰਪਸ਼ਨ ਨੂੰ ਅਸੀਂ ਇਕਨੋਮਿਕ ਐਕਟੀਵਿਟੀ ਦੇ ਵਿੱਚ ਸਟੱਡੀ ਕਰਦੇ ਹਾਂ। ਸੈਕਿੰਡ ਹੈ ਇਨਵੈਸਟਮੈਂਟ। ਇਨਵੈਸਟਮੈਂਟ ਜਿਹਨੂੰ ਬੋਲਦੇ ਆ ਪੰਜਾਬੀ ਦੇ ਵਿੱਚ ਨਿਵੇਸ਼। ਇਨਵੈਸਟਮੈਂਟ ਕੀ ਹੁੰਦਾ, ਕਿਸੇ ਵੀ ਪੂੰਜੀਗਤ ਪਦਾਰਥਾਂ ਵਿੱਚ ਵਾਧਾ। ਪੂੰਜੀਗਤ ਪਦਾਰਥ ਕਿਹੜੇ ਹੁੰਦੇ, ਕੈਪੀਟਲ, ਜਿੱਦਾਂ ਸਕੂਲਸ ਹੋ ਗਏ, ਐਨੀ ਬਿਲਡਿੰਗ, ਮਸ਼ੀਨ, ਕੋਈ ਰੋਡਸ ਹੋ ਗਏ। ਜਦੋਂ ਵੀ ਅਸੀਂ ਕੋਈ ਨਵੇਂ ਸਕੂਲ ਖੋਲ੍ਹਦੇ ਹਾਂ, ਨਵੀਂ ਬਿਲਡਿੰਗ ਬਣਾਉਂਦੇ ਹਾਂ, ਕੋਈ ਮਸ਼ੀਨਰੀ, ਕੋਈ ਨਵੇਂ ਰੋਡ ਬਣਾਉਂਦੇ ਹਾਂ, ਤਾਂ ਉਹਦੇ ਵਿੱਚ ਜਿਹੜਾ ਪੈਸਾ ਲਗਾਇਆ ਜਾਂਦਾ ਹੈ ਉਹਨੂੰ ਬੋਲਦੇ ਆ ਇਨਵੈਸਟਮੈਂਟ। ਮਤਲਬ ਕਿ ਸਪੋਜ਼ ਅਸੀਂ ਕਿਸੇ ਵੀ ਕੰਪਨੀ ਨੇ ਪਹਿਲਾਂ 100 ਕਰੋੜ ਦਾ ਇਨਵੈਸਟਮੈਂਟ ਕੀਤਾ ਸੀ ਸੜਕਾਂ ਬਣਾਉਣ 'ਤੇ। ਸਪੋਜ਼ ਹੁਣ ਕੀ ਹੈ, ਕੋਈ ਨਵੀਂ ਸੜਕ ਬਣਾਉਣੀ ਹੈ ਤਾਂ ਉਹਨੇ 200 ਕਰੋੜ ਦੀ ਇਨਵੈਸਟਮੈਂਟ ਕਰਤੀ। ਸੋ ਇਹਨਾਂ ਦੇ ਵਿੱਚ ਚੇਂਜ ਕਿੰਨੇ ਦਾ ਆਇਆ, 100 ਕਰੋੜ ਦਾ। 200 ਮਾਈਨਸ 100, 100 ਕਰੋੜ। ਸੋ 100 ਕਰੋੜ ਦਾ ਅਸੀਂ ਕੀ ਕੀਤਾ ਹੈ, ਇਨਵੈਸਟ ਕੀਤਾ ਹੈ, ਨਵਾਂ ਪੈਸਾ ਲਗਾਇਆ ਹੈ ਤਾਂ ਕਿ ਕਿਸੇ ਨਵੇਂ ਪੂੰਜੀਗਤ ਪਦਾਰਥ ਦੇ ਵਿੱਚ ਵਾਧਾ ਹੋ ਸਕੇ। ਨੈਕਸਟ ਹੈ, ਥਰਡ ਟਾਈਪ ਹੈ ਇਸ ਦੀ ਪ੍ਰੋਡਕਸ਼ਨ, ਜਿਹਨੂੰ ਪੰਜਾਬੀ 'ਚ ਬੋਲਦੇ ਨੇ ਉਤਪਾਦਨ। ਪ੍ਰੋਡਕਸ਼ਨ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਤਪਾਦਨ ਦੇ ਸਾਧਨ ਹੁੰਦੇ ਕਿਹੜੇ ਕਿਹੜੇ ਨੇ। 4 ਉਤਪਾਦਨ ਦੇ ਸਾਧਨ ਹੁੰਦੇ ਆ, ਲੈਂਡ, ਲੇਬਰ, कैपिटल, एंटरप्रेन्योर, जिन्हें पंजाबी च बोलते हैं भूमि, किरत, पूंजी अते उद्यमी। ये तुहानू 4 के 4 फैक्टर्स ऑफ प्रोडक्शन चंगी तरह याद होने चाहिए हैं, क्योंकि पेपर दे विच 1 और 2 मार्क्स का क्वेश्चन आ जाता है। कई बार बच्चों को नहीं पता होंगे, इस करके ये चंगी तरह याद कर लो। मेन 4 फैक्टर्स ऑफ प्रोडक्शन होंगे, उत्पादन के साधन होंगे हैं, किहड़े-किहड़े होंगे ने, लैंड, लेबर, कैपिटल एंड एंटरप्रेन्योर। हुण आपां गल करदे उत्पादन की। सेम जिद्दां आपां कंज्यूमर कीता सी कंजम्पशन दे नाल, प्रोडक्शन दे नाल हो जाता है प्रोड्यूसर, जिन्होंने बोलते हैं उत्पादक। ਇਹਦਾ ਮਤਲਬ ਕੀ ਹੁੰਦਾ ਹੈ ਕਿ ਕਿਸੇ ਚੀਜ਼ ਨੂੰ ਬਣਾਉਣਾ। ਜ਼ਿਆਦਾਤਰ ਲੋਕ ਕੀ ਲੈਂਦੇ ਆ ਕਿ ਨਵੀਆਂ ਸੜਕਾਂ ਬਣ ਗਈਆਂ, ਸਕੂਲ ਬਣ ਗਏ, ਉਹ ਕੰਸਟਰਕਸ਼ਨ ਹੈ, ਉਹ ਪ੍ਰੋਡਕਸ਼ਨ ਹੈ, ਜਾਂ ਕੋਈ ਫਸਲ ਬੀਜੀ ਹੋਈ ਹੈ। ਬਟ ਨੋ, ਇਹ ਕੀ ਹੁੰਦਾ ਹੈ, ਪ੍ਰੋਸੈਸ, ਇੱਕ ਤਰ੍ਹਾਂ ਦੀ ਪ੍ਰਕਿਰਿਆ ਹੁੰਦੀ ਹੈ ਜਾਂ ਪ੍ਰੋਸੈਸ ਹੁੰਦਾ ਹੈ ਜਿਸ ਤੋਂ ਅਸੀਂ ਫਾਈਨਲੀ ਪ੍ਰੋਡਕਸ਼ਨ ਕਰਦੇ ਹਾਂ। ਪ੍ਰੋਸੈਸ ਕੀ ਹੁੰਦਾ ਹੈ, ਕੁਛ ਇੱਕ ਸਟੈਪਸ ਨੂੰ फॉलो करके जो किसी चीज़ को बनाया जाता है तो उन्होंने बोलते हैं प्रोडक्शन। मेनली प्रोडक्शन होंगी की है जो असी रॉ मटीरियल मतलब कच्चे माल नूं कन्वर्ट कर देंगे हाँ, कन्वर्ट बदल देंगे हाँ कि फाइनल गुड्स दे विच अंतिम वस्तुआं
उसनूं किया जाता है प्रोडक्शन करना। हुण सपोज असी ब्रैड यूज़ करते हैं, ब्रैड नूं बनाउण दे लई की आ विच आटा भी यूज़ हुंदा है, चीनी यूज़ हो सकती है, विच मैदा पाया जा सकता है, पानी यूज़ किया जा सकता है, फिर उन्होंने फाइनली मशीन दे विच मॉडिफाई किया जाता है, तो साडे कोल फाइनली ब्रैड जिहड़ा पीस है वो तैयार होकर आउंदा है। ये तो है नहीं कि सानूं सीधा असीं फाइनल गुड ते ब्रैड ते पहुँच जाने हैं। उन्हों की है बनाउण दे लई बहुत सारे स्टैप्स नूं फॉलो करना पैंदा है, जिन्हां नूं बोलदे आ प्रोसैस करना, प्रोडक्शन करना। सो प्रोडक्शन की हुंदी है ਜਦੋਂ भी ਅਸੀਂ ਕੱਚੇ ਮਾਲ ਨੂੰ ਅੰਤਿਮ ਵਸਤੂਆਂ ਦੇ ਵਿੱਚ ਕਨਵਰਟ ਕਰਦੇ ਹਾਂ ਤਾਂ ਉਸ ਸਟੈਪ ਨੂੰ ਜਾਂ ਪ੍ਰੋਸੈਸ ਨੂੰ ਪ੍ਰੋਡਕਸ਼ਨ ਕਿਹਾ ਜਾਂਦਾ ਹੈ। ਫੋਰ ਐਗਜ਼ਾਮਪਲ ਲੈ ਲੈਂਦੇ ਅਸੀਂ ਸ਼ੂਗਰਕੇਨ ਗੰਨੇ ਦੀ। ਅਸੀਂ ਘਰਾਂ ਦੇ ਵਿੱਚ ਸ਼ੂਗਰ ਯੂਜ਼ ਕਰਦੇ ਹਾਂ। ਉਹ ਕੀ ਹੁੰਦਾ ਹੈ, ਇਹ ਤਾਂ ਹੈ ਨਹੀਂ ਕਿ ਸ਼ੂਗਰ ਇੱਦਾਂ ਹੀ ਬਣ ਕੇ ਆ ਜਾਂਦੀ ਹੈ। ਕਿਸ ਤੋਂ ਤਿਆਰ ਕੀਤੀ ਜਾਂਦੀ ਹੈ? ਸ਼ੂਗਰਕੇਨ ਤੋਂ, ਗੰਨੇ ਤੋਂ। ठीक है, सो ਸ਼ੂਗਰਕੇਨ ਕੀ ਹੈ? रॉ मटीरियल, कच्चा माल, ਜਾਂ ਇਹਨੂੰ ਆਪਾਂ ਕਹਿ ਦਿੰਦੇ ਆ ਅੰਤਿਮ ਵਸਤੂਆਂ ਨੂੰ ਬਣਾਉਣ ਦੇ ਲਈ ਜਿਹੜਾ ਵੀ ਵਸਤੂਆਂ ਨੂੰ ਜਾਂ ਸਮਾਨ ਨੂੰ ਯੂਜ਼ ਕੀਤਾ ਜਾਂਦਾ ਹੈ ਉਹਨਾਂ ਨੂੰ ਹੋਰ ਕਿਹਾ ਜਾਂਦਾ ਹੈ ਇੰਟਰਮੀਡੀਏਟ ਗੁੱਡਸ, ਮੱਧਵਰਤੀ ਵਸਤੂਆਂ। ਹੁਣ ਇੱਥੇ ਵੀ ਕੀ ਹੈ, ਇੱਕ ਪ੍ਰੋਡਿਊਸਰ ਨੂੰ ਦੇਖਣਾ ਪਏਗਾ ਕਿ ਕੀ ਉਹਦੇ ਕੋਲ ਇੰਨੇ ਪੈਸੇ ਨੇ ਕਿ ਉਹ ਸਾਰੇ ਦੀ ਸਾਰੀਆਂ ਵਸਤੂਆਂ ਦੀ ਪ੍ਰੋਡਕਸ਼ਨ ਕਰ ਸਕੇ। ਸੋ ਉਹਨੂੰ ਵੀ ਕੀ ਕਰਨਾ ਪਏਗਾ, ਇੱਥੇ ਚੂਜ਼ ਕਰਨਾ ਪਏਗਾ, ਚੋਇਸ ਕਰਨੀ ਪਏਗੀ ਕਿ ਸਭ ਤੋਂ ਪਹਿਲਾਂ ਉਹ ਕਿਹੜੀਆਂ ਗੁੱਡਸ ਦੀ ਪ੍ਰੋਡਕਸ਼ਨ ਕਰੇ। ਤਾਂ ਇਹਨੂੰ ਵੀ ਅਸੀਂ ਕੀ ਆ ਇਕਨੋਮਿਕ ਐਕਟੀਵਿਟੀ ਦੇ ਵਿੱਚ ਐਡ ਕਰਦੇ ਹਾਂ। ਨੈਕਸਟ ਲਾਸਟ ਹੈ सेकेंड लास्ट है एक्सचेंज। एक्सचेंज ਨੂੰ ਕਹਿੰਦੇ ਨੇ ਵਟਾਂਦਰਾ। ਵਟਾਂਦਰੇ ਦੇ ਵਿੱਚ ਕੀ ਹੁੰਦਾ ਹੈ, ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜਦੋਂ ਅਸੀਂ ਕਿਸੇ ਜ਼ਮੀਨ ਨੂੰ ਕਿਰਾਏ ਤੇ ਲੈਂਦੇ ਆ ਤਾਂ ਉਹਦੇ ਬਦਲੇ ਅਸੀਂ ਕੀ ਦਿੰਦੇ ਆ? ਰੈਂਟ, ਜਿਹਨੂੰ ਬੋਲਦੇ ਨੇ ਲਗਾਨ। ਲੇਬਰ ਨੂੰ ਕੀ ਦਿੰਦੇ ਨੇ? ਵੇਜਸ ਜਾਂ ਮਜ਼ਦੂਰੀ, ਵੇਤਨ ਵੀ ਬੋਲ ਦਿੰਦੇ ਨੇ। ਕੈਪੀਟਲ, ਇੱਥੇ ਸਾਨੂੰ ਦੇਣਾ ਪੈਂਦਾ ਹੈ ਇੰਟਰਸਟ, ਵਿਆਜ। ਔਰ ਲਾਸਟ ਦੇ ਵਿੱਚ ਐਂਟਰਪ੍ਰੀਨਿਓਰ ਨੂੰ ਕੀ ਬਚਦਾ ਹੈ? ਪ੍ਰੋਫਿਟ। ਲਾਭ। ਸੋ ਐਕਸਚੇਂਜ ਦੇ ਵਿੱਚ ਕੀ ਹੁੰਦਾ ਹੈ, ਇਕਨੋਮਿਕ ਐਕਟੀਵਿਟੀ ਕਿਸ ਤਰ੍ਹਾਂ ਹੈ, ਕਿਉਂਕਿ ਇਹਦੇ ਵਿੱਚ ਜਿੰਨੀਆਂ ਵੀ ਅਸੀਂ ਵਸਤੂਆਂ ਦੀ ਪ੍ਰੋਡਕਸ਼ਨ ਕੀਤੀ ਹੁੰਦੀ ਹੈ ਉਹਨੂੰ ਐਟ ਲਾਸਟ ਦੇ ਵਿੱਚ ਅਸੀਂ ਸੇਲ ਪਰਚੇਜ਼ ਕਰਦੇ ਹਾਂ। ਸਪੋਜ਼ ਅਸੀਂ ਕਿਸੇ ਵੀ ਫੈਕਟਰੀ ਦੇ ਵਿੱਚ ਜਾਂ ਉਦਯੋਗ ਦੇ ਵਿੱਚ ਪਰਸਨ ਕੰਮ ਤੇ ਲਗਾਏ ਹੋਏ ਆ ਜਾਂ ਉੱਥੇ ਦੀ ਜ਼ਮੀਨ ਜਿਹੜੀ ਅਸੀਂ ਰੈਂਟ ਤੇ ਲਈ ਹੋਈ ਹੈ, ਤਾਂ ਅਸੀਂ ਕੀ ਕਰਾਂਗੇ, ਜਿੰਨੀ ਵੀ ਸਾਡੇ ਕੋਲ ਇਨਕਮ ਆਏਗੀ ਜਾਂ ਪ੍ਰੋਡਿਊਸਰ ਦੇ ਕੋਲ ਇਨਕਮ ਆਏਗੀ ਤਾਂ ਉਹ ਕੀ ਕਰੇਗਾ, ਸਭ ਤੋਂ ਪਹਿਲਾਂ ਜਿਹੜੀ ਉਹਨੇ ਲੈਂਡ ਰੈਂਟ ਤੇ ਲਈ ਸੀ ਉਹਦਾ ਰੈਂਟ ਦੇ ਦੇਗਾ, ਜਿਹੜੀ ਲੇਬਰ ਲਗਾਈ ਹੋਈ ਸੀ ਉਹਨੂੰ ਵੇਜਸ ਦੇ ਦੇਗਾ, ਕੈਪੀਟਲ ਜਿਹੜੀ ਉਹਨੇ ਲਈ ਹੋਈ ਸੀ ਜਾਂ ਕੋਈ ਲੋਨ ਲਿਆ ਹੋਇਆ ਸੀ ਜਾਂ ਕਿਸੇ ਤੋਂ ਕੋਈ ਮਸ਼ੀਨਰੀ ਉਧਾਰ ਲਈ ਹੋਈ ਸੀ ਉਹਦੇ ਬਦਲੇ ਉਹਨੂੰ ਵਿਆਜ ਦੇ ਦੇਗਾ। ਪਰ ਐਟ ਲਾਸਟ ਸਾਰੀਆਂ ਪੇਮੈਂਟਸ ਕਰਨ ਤੋਂ ਬਾਅਦ ਜੋ ਵੀ ਬਚੇਗਾ ਉਹ ਇੱਕ ਉਦਮੀ ਦੇ ਕੋਲ ਬਚੇਗਾ ਲਾਭ ਦੇ ਫਾਰਮ ਦੇ ਵਿੱਚ। ਇਸ ਕਰਕੇ ਇਹ ਵੀ ਕੀ ਆ, ਅਸੀਂ ਇਕਨੋਮਿਕ ਐਕਟੀਵਿਟੀ ਦੇ ਵਿੱਚ ਖਰੀਦ ਕਰਦੇ ਹਾਂ। ਕਿਉਂਕਿ ਇਹਨੂੰ ਵੀ ਕੀ ਹੈ ਕਿ ਅਸੀਂ ਵਸਤੂਆਂ ਦੀ ਸੇਲ ਪਰਚੇਜ਼ ਕਰਨ ਦੇ ਨਾਲ ਜਾਂ ਉਹਨਾਂ ਦੇ ਜਿਹੜੇ ਵੀ ਅਸੀਂ ਫੈਕਟਰਸ ਆਫ ਪ੍ਰੋਡਕਸ਼ਨ ਯੂਜ਼ ਕੀਤੇ ਹੁੰਦੇ ਹੈ ਉਹਨਾਂ ਦਾ ਵਟਾਂਦਰਾ ਕਰਦੇ ਹਾਂ ਉਹਨਾਂ ਦੀਆਂ ਪੇਮੈਂਟਸ ਦੇ ਰੂਪ ਦੇ ਵਿੱਚ। ਲਾਸਟ ਹੈ ਸਾਡੇ ਕੋਲ, ਇਹਦੇ ਵਿੱਚ ਇੱਕ ਹੋਰ ਚੀਜ਼ ਯਾਦ ਰੱਖੋਗੇ ਤੁਸੀਂ ਕਿ ਜਦੋਂ ਕੋਈ ਪ੍ਰੋਡਿਊਸਰ ਵਸਤੂਆਂ ਨੂੰ ਬਣਾ ਦਿੰਦਾ ਹੈ, ਬਾਜ਼ਾਰਾਂ ਦੇ ਵਿੱਚ ਭੇਜ ਦਿੰਦਾ ਹੈ ਵੇਚਣ ਦੇ ਲਈ, ਤਾਂ ਉੱਥੇ ਕੀ ਹੈ ਫਿਰ ਵਸਤੂ ਕੀਮਤ ਨਿਰਧਾਰਨ ਹੁੰਦਾ ਹੈ। ਔਰ ਜਿਹੜੇ ਫੈਕਟਰਸ ਆਫ ਪ੍ਰੋਡਕਸ਼ਨ ਨੂੰ ਯੂਜ਼ ਕਰਕੇ ਅਸੀਂ ਉਹਨਾਂ ਦੀਆਂ ਪੇਮੈਂਟਸ ਕਰਦੇ ਹਾਂ ਉਹਨੂੰ ਬੋਲਦੇ ਨੇ ਸਾਧਨ ਕੀਮਤ। ਸਾਧਨ ਕੀਮਤ ਨਿਰਧਾਰਨ। ਠੀਕ ਹੈ, ਵਸਤੂਆਂ ਦੇ ਬਦਲੇ ਅਸੀਂ ਕੀਮਤ ਦਿੰਦੇ ਹਾਂ ਵਸਤੂਆਂ ਦੀ, ਸਾਧਨਾਂ ਦੇ ਬਦਲੇ ਜਿਹੜੇ ਅਸੀਂ ਫੈਕਟਰਸ ਆਫ ਪ੍ਰੋਡਕਸ਼ਨ ਜਾਂ ਉਤਪਾਦਨ ਦੇ ਸਾਧਨ ਯੂਜ਼ ਕੀਤੇ ਹੁੰਦੇ ਹਨ ਉਹਨਾਂ ਦੀ ਪੇਮੈਂਟ ਕਰਦੇ ਹਾਂ ਤਾਂ ਉਹਨੂੰ ਬੋਲਦੇ ਨੇ ਸਾਧਨ ਕੀਮਤ ਨਿਰਧਾਰਨ। ਔਰ
ਲਾਸਟ ਹੈ ਸਾਡੇ ਕੋਲ ਇਹਦਾ ਫਾਈਨਾਂਸ। ਫਾਈਨਾਂਸ ਜਿਹਨੂੰ ਬੋਲਦੇ ਨੇ ਪੰਜਾਬੀ ਦੇ ਵਿੱਚ ਵਿੱਤ। ਫਾਈਨਾਂਸ ਦੇ ਵਿੱਚ ਕੀ ਹੁੰਦਾ ਹੈ, ਸਿੱਧਾ ਜਿਹਾ ਮਤਲਬ ਹੈ ਬੈਂਕਸ ਜਾਂ ਕੋਈ ਵੀ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ, ਜਿਹਨਾਂ ਨੂੰ ਬੋਲ ਸਕਦੇ ਹਾਂ NBFIs, नॉन बैंक फाइनेंशियल इंस्टीट्यूशनस। नॉन बैंक मतलब बैंक नहीं है बट वो फाइनेंशियल इंस्टीट्यूशनस है, लोगों को पैसे दिंदियां हैं। ਇਹਦੇ ਵਿੱਚ ਕੀ ਹੈ, ਲਾਈਕ LIC ਹੋ ਸਕਦਾ ਹੈ। फाइनांस ਦੇ ਵਿੱਚ ਕੀ ਹੈ, ਆਪਾਂ ਮੇਨਲੀ ਚੀਜ਼ਾਂ ਰੀਡ ਕਰਦੇ ਹਾਂ ਬੈਂਕਸ ਔਰ NBFIs। ਇਹਦੇ ਵਿੱਚ ਕੀ ਹੁੰਦਾ ਹੈ ਕਿ ਨਾਮ ਤੋਂ ਕਲੀਅਰ ਹੈ ਕਿ ਬੈਂਕਾਂ ਕੀ ਕਰਦੀਆਂ ਹਨ, ਲੋਕਾਂ ਨੂੰ, ਪ੍ਰੋਡਿਊਸਰਸ ਨੂੰ, ਕੰਜ਼ਿਊਮਰ ਸਾਰਿਆਂ ਨੂੰ ਹੀ ਪੈਸੇ ਉਧਾਰ ਦਿੰਦੀਆਂ ਹਨ। ਬਟ ਹੁਣ ਇਹ ਤਾਂ ਹੈ ਨਹੀਂ ਕਿ ਬੈਂਕਾਂ ਦੇ ਕੋਲ ਜਿੰਨੇ ਵੀ ਲੋਕੀ ਜਾਣਗੇ ਉਹ ਸਾਰਿਆਂ ਨੂੰ ਲੋਨ ਦਿੱਤਾ ਜਾਏਗਾ। ਸੋ ਉੱਥੇ ਕੀ ਹੈ, ਬੈਂਕਾਂ ਨੂੰ ਵੀ ਇਹ ਡਿਸਾਈਡ ਕਰਨਾ ਪੈਂਦਾ ਹੈ ਜਾਂ ਚੂਜ਼ ਕਰਨਾ ਪੈਂਦਾ ਹੈ ਕਿ ਸਭ ਤੋਂ ਪਹਿਲਾਂ ਕਿਹੜੇ ਪਰਸਨ ਨੂੰ, ਕੰਜ਼ਿਊਮਰ ਨੂੰ ਜਾਂ ਪ੍ਰੋਡਿਊਸਰ ਨੂੰ ਜਾਂ ਕਿਸੇ ਹੋਰ ਪਰਸਨ ਨੂੰ ਲੋਨ ਦਿੱਤਾ ਜਾਵੇ। ਸੋ ਇੱਥੇ ਵੀ ਕੀ ਹੈ, ਬੈਂਕਾਂ ਦੇ ਕੋਲ ਇੱਕ ਪ੍ਰੋਬਲਮ ਆ ਜਾਂਦੀ ਹੈ, ਪ੍ਰੋਬਲਮ ਆਫ ਚੋਇਸ, ਜਿਹਦੇ ਕਰਕੇ ਆਪਾਂ ਫਾਈਨਾਂਸ ਨੂੰ ਵੀ ਇਕਨੋਮਿਕ ਐਕਟੀਵਿਟੀ ਦੇ ਵਿੱਚ ਰੇਟ ਕਰਦੇ ਹਾਂ। ਸਭ ਤੋਂ ਮੇਨ ਬ੍ਰਾਂਚ ਫਾਈਨਾਂਸ ਨੂੰ ਹੀ ਜਾਂ ਮੇਨ ਟਾਈਪ ਫਾਈਨਾਂਸ ਨੂੰ ਹੀ ਮੰਨਿਆ ਜਾਂਦਾ ਹੈ। ਕਿਉਂ? ਕਿਉਂਕਿ ਪੈਸੇ ਤੋਂ ਬਿਨਾ ਕੋਈ ਵੀ ਐਕਟੀਵਿਟੀ ਜਿਹੜੀ ਨਹੀਂ ਕੀਤੀ ਜਾ ਸਕਦੀ। ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਇਕਨੋਮਿਕ ਐਕਟੀਵਿਟੀ ਉਹ ਐਕਟੀਵਿਟੀ ਹੁੰਦੀ ਹੈ ਜਿਹਦੇ ਵਿੱਚ ਪੈਸੇ ਦਾ ਮੇਨ ਲੈਣ ਦੇਣ ਜਾਂ ਕਹਿ ਲਓ ਪੈਸੇ, ਇਨਕਮ ਦੀ ਸਿਰਜਣਾ ਹੁੰਦੀ ਹੈ, ਇਨਕਮ ਕ੍ਰੀਏਟ ਹੁੰਦੀ ਹੈ ਜਾਂ ਜਿਹਦੇ ਵੇਲੇ ਸਾਨੂੰ ਪੈਸੇ ਦੇਣੇ ਪੈਂਦੇ ਆ। ਇਸ ਕਰਕੇ ਅਗਰ ਇਕਨੋਮਿਕਸ ਦੇ ਵਿੱਚ ਜਾਂ ਇਕੋਨਮੀ ਦੇ ਵਿੱਚ ਪੈਸਾ ਨਹੀਂ ਹੋਏਗਾ ਤਾਂ ਕਿਸੇ ਵੀ ਤਰ੍ਹਾਂ ਦੀ ਇਕਨੋਮਿਕ ਐਕਟੀਵਿਟੀ ਨਹੀਂ ਹੋਏਗੀ। ਥੈਂਕ ਯੂ।